हेलो फ्रेंड्स, मैं अमृतपाल सिंह, स्माइलिंग मनी मास्टर कोच, स्माइलिंग मनी गुरु। ਅੱਜ ਤੁਹਾਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਬਾਦ ਦੇਣ ਆਇਆ ਤੇ ਮੈਂ ਇਸ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਘਰ ਦੇ ਵਿੱਚ ਇਹ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਲੈ ਕੇ ਆਇਆ ਅਤੇ ਇਹ ਚਾਹੁੰਦਾ ਹਾਂ ਕਿ ਇਹ ਤਿਉਹਾਰ ਹਰ ਸਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਹੀ ਆਵੇ। ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ। ਪਰ ਇਹਦੇ ਵਿੱਚ ਮੇਰੀ ਕੁਝ ਸਟੱਡੀ ਨੇ ਮੈਨੂੰ ਇਸ ਚੀਜ਼ ਦੇ ਉੱਤੇ ਸੋਚਣ ਨੂੰ ਮਜਬੂਰ ਕੀਤਾ ਕਿ ਅੱਜ ਦੇ ਸਮੇਂ ਵਿੱਚ ਸਾਡਾ ਪੈਸਾ ਸਾਨੂੰ ਖੁਸ਼ੀਆਂ ਦੇ ਰਿਹਾ ਹੈ। ਉਹ ਕਿਹੜਾ ਪੈਸਾ ਆ ਜਿਹੜਾ ਸਾਨੂੰ ਖੁਸ਼ੀਆਂ ਦਿੰਦਾ ਹੈ? ਅਸੀਂ ਕੰਮ ਕਿਉਂ ਕਰਦੇ ਹਾਂ? ਖੁਸ਼ੀਆਂ ਵਾਸਤੇ। ਮੋਸਟਲੀ ਉੱਤਰ ਹੈ ਖੁਸ਼ੀਆਂ ਵਾਸਤੇ। ਪਰ ਕੀ ਸਾਡਾ ਪੈਸਾ ਸਾਨੂੰ ਖੁਸ਼ੀਆਂ ਦੇ ਰਿਹਾ ਹੈ? ਇਸੇ ਚੀਜ਼ ਨੂੰ ਡਿਸਕਸ ਕਰਨ ਵਾਸਤੇ ਮੈਨੂੰ ਮਹਿਸੂਸ ਹੁੰਦਾ ਆ ਕਿ ਪੈਸਾ ਦੋ ਤਰ੍ਹਾਂ ਦਾ ਹੁੰਦਾ ਆ, ਜਿਹਨੂੰ ਮੈਂ ਸਟੱਡੀ ਕੀਤਾ ਆ। ਇੱਕ ਪੈਸਾ ਹੱਸਦਾ ਪੈਸਾ ਤੇ ਇੱਕ ਰੋਂਦਾ ਪੈਸਾ। ਉਹ ਕਿਹੜਾ ਪੈਸਾ ਆ ਜਿਹੜਾ ਹੱਸਦਾ ਹੁੰਦਾ ਆ, ਕਿਹੜਾ ਪੈਸਾ ਆ ਜਿਹੜਾ ਰੋਂਦਾ ਹੁੰਦਾ ਆ? ਅੱਜ ਤੋਂ ਪੁਰਾਣੇ ਸਮੇਂ ਵਿੱਚ ਲੋਕਾਂ ਕੋਲ ਪੈਸਾ ਨਹੀਂ ਹੁੰਦਾ ਸੀ, ਪਰ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਸੀ, ਪਿਆਰ ਹੁੰਦਾ ਸੀ, ਅਥਵਾਕ ਹੁੰਦਾ ਸੀ, ਸਤਿਕਾਰ ਹੁੰਦਾ ਸੀ। ਅੱਜ ਆਪਾਂ ਉਹਨਾਂ ਚੀਜ਼ਾਂ ਤੋਂ ਇੰਨੇ ਦੂਰ ਚੱਲ ਗਏ ਆ ਕਿ ਸਾਡੇ ਘਰਾਂ ਦੇ ਵਿੱਚ ਪੈਸਾ ਅੱਗੇ ਨਾਲੋਂ ਜ਼ਿਆਦਾ ਆ ਰਿਹਾ ਆ, ਕਿਤੇ ਜ਼ਿਆਦਾ ਆ ਰਿਹਾ ਆ, ਪਰ ਸਾਡੇ ਘਰਾਂ ਵਿੱਚ ਪਿਆਰ, ਸਤਿਕਾਰ ਤੇ ਅਥਵਾਕ ਨਾਂ ਦੀ ਕੋਈ ਚੀਜ਼ ਨਹੀਂ। ਮੈਂ ਚਾਹੁੰਦਾ ਆ ਕਿ ਤੁਹਾਨੂੰ ਅੱਜ ਤੋਂ ਬਾਅਦ ਅਗਲੇ ਸਾਲਾਂ ਵਿੱਚ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਆਵੇ ਤਾਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਪਣੇ ਆਪ ਇਸ ਸਾਲ ਨਾਲੋਂ ਵੱਧਦੀਆਂ ਚਲੀਆਂ। ਇਸ ਕਰਕੇ ਮੈਂ ਚਾਹੁੰਦਾ ਆ ਕਿ ਇਸ ਸਾਲ ਤੁਸੀਂ ਦੀਵਾਲੀ ਤੇ ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਆ ਕਿ ਜਿਸ ਸਵਾਲ ਦਾ ਨਾਮ ਹੈ ਕਿ ਕੀ ਤੁਹਾਡਾ ਪੈਸਾ ਹੱਸ ਰਿਹਾ ਹੈ? ਇਹ ਸਵਾਲ ਤੁਹਾਨੂੰ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਤਾਂ ਕਿ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡੇ ਕੋਲ ਜਿਹੜਾ ਪੈਸਾ ਆ ਉਹ ਕਿਸ ਤਰ੍ਹਾਂ ਦਾ ਹੈ। ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਏਦਾਂ ਦੇ ਪੋਸਟਰ ਮਿਲਦੇ ਨੇ ਜਿੱਥੇ ਲਿਖਿਆ ਹੁੰਦਾ ਹੈ ਸ਼ੁਭ ਲਾਭ। ਉਹਦੇ ਵਿੱਚ ਵੱਡੀ ਗੱਲ ਸੋਚਣ ਦੀ ਇਹ ਲੋੜ ਹੈ ਕਿ ਸਾਡੇ ਨੂੰ ਜਿਹੜਾ ਪਿਛਲੇ ਸਾਲ ਦੇ ਵਿੱਚ ਅਸੀਂ ਜੋ ਵੀ ਕਾਰੋਬਾਰ ਕੀਤਾ, ਨੌਕਰੀ ਕੀਤੀ, ਕਾਰੋਬਾਰ ਕੀਤਾ, ਕੁਝ ਵੀ ਤਰ੍ਹਾਂ ਦਾ ਕੀਤਾ ਆ, ਉਹਦੇ ਵਿੱਚ ਜਿਹੜਾ ਵੀ ਸਾਨੂੰ ਫਾਇਦਾ ਹੋਇਆ ਉਹ ਸ਼ੁਭ ਸੀ। ਜੇ ਉਹ ਸ਼ੁਭ ਹੋਊਗਾ ਤੇ ਉਹ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਪਣੇ ਆਪ ਲੈ ਕੇ ਆਉਂਦਾ। ਇਸ ਕਾਰਨ ਨੂੰ ਸਾਨੂੰ ਸ਼ੁਭ ਲਾਭ ਨੂੰ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ ਕਿ ਇਹ ਕੀ ਚੀਜ਼ ਹੈ ਕਿ ਸਾਨੂੰ ਸ਼ੁਭ ਲਾਭ ਦੇ ਅਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਕਿਤੇ ਸ਼ੁਭ ਲਾਭ ਦਾ ਕੁਝ ਵੀ ਸਟicker ਲਾਉਨੇ ਆ ਤੇ ਸਾਨੂੰ ਆਪਣੇ ਮਾਪ ਨੂੰ ਸਾਡੇ ਦਿਮਾਗ ਵਿੱਚ ਇੱਕ ਚੀਜ਼ ਕੰਮ ਕਰਨੀ ਚਾਹੀਦੀ ਹੈ ਕਿ ਸਾਡਾ ਪੈਸਾ ਸ਼ੁਭ ਹੈ ਜਾਂ ਨਹੀਂ, ਜੋ ਸਾਨੂੰ ਲਾਭ ਹੋਇਆ ਉਹ ਸ਼ੁਭ ਹੈ ਕਿ ਨਹੀਂ ਹੈ। ਜੇ ਸਾਡਾ ਪੈਸਾ ਉਹ ਸ਼ੁਭ ਹੋਊਗਾ ਤੇ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਪਣੇ ਆਪ ਆਉਣਗੀਆਂ। ਹਰ ਚੀਜ਼ ਸਾਡੇ ਘਰ ਦੇ ਵਿੱਚ ਆਪਣੇ ਆਪ ਮੈਨੇਜ ਹੁੰਦੀ ਚਲੀ ਜਾਊਗੀ। जरा सोचो, एक सोच दिओ ध्यान नाल कि लोग अपनी जिंदगी में सख्त मेहनत क्यों करते हैं? आम उत्तर है पैसा। पैसे नालों की करना चाहते हैं? खुशियां खरीदना चाहते हैं। पर जे सख्त मेहनत तो बाद साडे घरां विच पैसा आ रहा है पर साडे घर विच खुशियां नहीं आ रही ते उस चीज का कारण सानू लभना पਊ। कमाई करना इन्ना मुश्किल अते पैसे खर्च करना इन्ना सौखा क्यों है? दुनिया विच 5% आबादी ही अपने आप वालों पैसे नूं आकर्षित कर पाई है, बचा पाई है, गुणा कर पाई है। क्यों? 95% आबादी हमेशा पैसे लिए संघर्ष क्यों कर रही है? यह गल सोचने की जरूरत है। पैसे दे दुआले इन्ना ड्रामा क्यों है? पैसा दुनिया विच नंबर 1 निराशा का केंद्र क्यों है? जे आपां अज दे समय नूं स्टडी करिए ते दुनिया विच 95% डिप्रैशन हैगा आ, उहदे विच 92% डिप्रैशन पैसे दा है। पैसा हर पॉइंट उत्ते सानू टॉर्चर करदा आ, डिस्टर्ब करदा आ। इस चीज का की कारण है कि सारा उम्र आपां हर टाइम अपनी जिंदगी दे विच मोस्टली टाइम जिहड़ा आ पैसे की सोच बारे लगा दिंदे आ, पर फिर भी साडी वो किहड़ी सोच है जिहड़ी कि साडे पैसे नूं खुश ही नहीं कर पा रही।
ਆਪਾਂ ਇੱਕ ਸਵਾਲ ਲਈਏ, ਇੱਕ ਕੁਐਸਚਨ ਪੁੱਛੀਏ ਆਪਣੇ ਆਪ ਨੂੰ ਬਾਰ-ਬਾਰ ਵੀ ਕਿ ਸਾਡਾ ਪੈਸਾ ਹੱਸ ਰਿਹਾ ਹੈ। ਇਸ ਸਵਾਲ ਦਾ ਜਵਾਬ ਤੁਹਾਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੁਹਾਨੂੰ ਇਸ ਚੀਜ਼ ਦਾ ਜਵਾਬ ਮਿਲੂਗਾ ਤੇ ਤੁਹਾਨੂੰ ਆਪਣੇ ਆਪ ਹੀ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ। ਫਰੈਂਡਸ, ਆਪਾਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾ ਰਹੇ ਆ, ਪਰ ਇਹਦੇ ਵਿੱਚ ਸਾਨੂੰ ਸਭ ਤੋਂ ਚੀਜ਼ ਸੋਚਣ ਦੀ ਲੋੜ ਹੈ ਵੀ ਜਿਹੜੀ ਅਸੀਂ ਕਮਾਈ ਕਰ ਰਹੇ ਹਾਂ ਉਹ ਸਾਡੀ ਕਮਾਈ ਨੇਕ ਹੈ, ਕਿਉਂਕਿ ਨੇਕ ਕਮਾਈ ਕਰਨੀ ਇੱਕ ਏਦਾਂ ਦੀ ਚੀਜ਼ ਹੈ ਜਿਹੜੀ ਕਿ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਲਿਆਉਂਦੀ ਹੈ। ਨੇਕ ਕਮਾਈ ਬਹੁਤ ਜ਼ਰੂਰੀ ਹੈ। ਹੁਣ ਨੇਕ ਕਮਾਈ ਕਿਹੜੀ ਹੁੰਦੀ ਹੈ, ਨੇਕ ਕਮਾਈ ਕਿੱਦਾਂ ਆਉਂਦੀ ਹੈ, ਇਹ ਨੇਕ ਕਮਾਈ ਨਾਲ ਆਪਣੇ ਘਰ ਦੇ ਵਿੱਚ ਖੁਸ਼ੀਆਂ ਆਪਣੇ ਆਪ ਕਿੱਦਾਂ ਆਉਂਦੀਆਂ ਨੇ, ਇਹ ਇੱਕ ਬਹੁਤ ਵੱਡਾ ਮੈਟਰ। ਆਪਾਂ ਨੋਟ ਕੀਤਾ ਆ, ਪਹਿਲਾਂ ਤਾਂ ਲੋਕਾਂ ਕੋਲ ਪੈਸਾ ਨਹੀਂ ਆ ਰਿਹਾ, ਘਰ ਵਿੱਚ ਪ੍ਰੋਬਲਮ ਹੈ। ਦੂਜੀ ਗੱਲ ਹੈ, ਜੇ ਪੈਸਾ ਆਉਂਦਾ ਹੈ ਤੇ ਟਿਕਦਾ ਨਹੀਂ ਹੈ, ਬਰਫ਼ ਵਾਂਗ ਦਵਾ ਦੌੜ ਜਾਂਦਾ ਹੈ, ਜਿੱਦਾਂ ਆਪਾਂ ਹੱਥ ਤੇ ਬਰਫ਼ ਰੱਖਦੇ ਹਾਂ, ਜਦ ਕਿ ਹਵਾ ਵਾਂਗ ਸਾਡੇ ਕੋਲ ਪੈਸਾ ਹੋਣਾ ਚਾਹੀਦਾ ਹੈ। ਜੇ ਟਿਕਦਾ ਹੈ, ਕੋਈ ਪਰਸਨ ਕਹਿੰਦਾ ਵੀ ਮੈਂ ਪੈਸਾ ਬਹੁਤ ਰੱਖ ਲਿਆ, ਬਹੁਤ ਟਿਕਿਆ ਹੋਇਆ ਆ, ਤੇ ਉਹ ਘਰਾਂ ਵਿੱਚ ਖਿੱਚ ਤੂੰ ਪਈ ਹੋਈ ਹੈ ਪੈਸੇ ਦੀ, ਹਰ ਬੰਦਾ ਕਹਿੰਦਾ ਆ ਵੀ ਮੇਰੇ ਵੱਲ ਨੂੰ ਇਹ ਪੈਸਾ ਆ ਜਾਵੇ। ਇਹ ਚੀਜ਼ਾਂ ਦੇ ਕੀ ਕਾਰਨ? ਪੈਸਾ ਤੁਹਾਡੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਫੈਸਲੇ ਕਰਦਾ ਹੈ। ਤੁਹਾਡੇ ਬੱਚੇ ਕਿਸ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਨੇ, ਇਹ ਪੈਸਾ ਡਿਸਾਈਡ ਕਰਦਾ। ਤੁਹਾਡੇ ਬੱਚੇ ਕਿੱਦਾਂ ਦੇ ਹੋਟਲ ਵਿੱਚ ਜਾਂਦੇ ਨੇ, ਇਹ ਪੈਸਾ ਡਿਸਾਈਡ ਕਰਦਾ ਹੈ। ਤੁਹਾਡਾ ਕਿਹੜੇ ਰਿਸ਼ਤੇਦਾਰ ਦੇ ਨਾਲ ਕਿੱਦਾਂ ਦਾ ਮਿਲ ਵਰਤਨ ਹੈ, ਇਹ ਪੈਸਾ ਡਿਸਾਈਡ ਕਰਦਾ ਹੈ। ਕਿੱਦਾਂ ਦੀ ਸੁਸਾਇਟੀ ਤੁਹਾਨੂੰ ਅਡਾਪਟ ਕਰਦੀ ਹੈ, ਇਹ ਤੁਹਾਡਾ ਪੈਸਾ ਡਿਸਾਈਡ ਕਰਦਾ ਹੈ। ਕਿੱਦਾਂ ਦੀ ਸੁਸਾਇਟੀ ਤੁਹਾਨੂੰ ਧੱਕੇ ਮਾਰਦੀ ਹੈ, ਤੁਹਾਨੂੰ ਤੋਂ ਦੂਰ ਭੱਜਦੀ ਹੈ, ਇਹ ਤੁਹਾਡਾ ਪੈਸਾ ਡਿਸਾਈਡ ਕਰਦਾ ਹੈ। ਇਹ ਸਭ ਚੀਜ਼ਾਂ ਪੈਸਾ ਡਿਸਾਈਡ ਕਰਦਾ ਹੈ। ਤੇ ਕੀ ਕਾਰਨ ਇਹ ਹੈ ਵੀ ਅਸੀਂ ਪੈਸੇ ਦੇ ਮਗਰ ਜਾਣ ਤੋਂ ਬਾਵਜੂਦ ਵੀ ਪੈਸੇ ਦੇ ਉੱਤੇ ਸਫਲਤਾ ਨਹੀਂ ਪਾਉਂਦੇ। ਇਹਨਾਂ ਚੀਜ਼ਾਂ ਦੇ ਕੀ ਕਾਰਨ ਨੇ? ਆਪਾਂ ਇੱਕ ਸੋਚ ਬਣਾਈ ਹੈ ਵੀ ਜ਼ਿਆਦਾ ਪੈਸਾ ਦਿਮਾਗ ਖਰਾਬ ਕਰ ਦਿੰਦਾ ਹੈ। ਆਮ ਤੌਰ ਤੇ ਮੈਂ ਬੰਦੇ ਸੁਣੇ ਨੇ ਜਿਹੜੇ ਆਮ ਤੌਰ ਤੇ ਗੱਲਾਂ ਕਰਦੇ ਨੇ ਵੀ ਬਸ ਉਹਨਾਂ ਕੁ ਚਾਹੀਦਾ 2 ਟਾਈਮ ਦੀ ਰੋਟੀ ਚਲਦੀ ਰਹੇ, ਕਿਉਂਕਿ ਜ਼ਿਆਦਾ ਪੈਸਾ ਦਿਮਾਗ ਖਰਾਬ ਕਰ ਦਿੰਦਾ ਹੈ। ਇਹ ਭਾਵਨਾ ਸਾਡੇ ਅੰਦਰ ਕਿਉਂ ਬਣੀ? ਇਹਦਾ ਮੇਨ ਜੋ ਰੀਜ਼ਨ ਬਣਦਾ ਆ ਉਹ ਇਹ ਰੀਜ਼ਨ ਬਣਦਾ ਆ ਵੀ ਸਾਨੂੰ ਬਚਪਨ ਤੋਂ ਇੱਕੋ ਗੱਲ ਸਿਖਾਈ ਜਾਂਦੀ ਹੈ ਵੀ ਕਾਕਾ ਜੀ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ, ਪੜ੍ਹ ਕੇ ਕੀ ਕਰਾਂਗੇ? ਪੈਸਾ ਕਮਾਉਣਾ। ਹੁਣ ਪੜ੍ਹ ਕੇ ਜੇ ਤੁਸੀਂ ਪੈਸਾ ਕਮਾਉਣਾ ਆ, ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਤੁਸੀਂ ਪੈਸਾ ਕਿਸ ਤਰ੍ਹਾਂ ਦਾ ਕਮਾਉਂਦਾ ਹੈ। ਜਦੋਂ ਕੋਈ ਵੀ ਨਿਆਣਾ ਵੱਡਾ ਹੁੰਦਾ ਆ, ਵੱਡਾ ਹੋ ਕੇ ਪੈਸਾ ਕਮਾਉਣ ਲੱਗਦਾ ਆ, ਤੇ ਉਹ ਇਹ ਗੱਲ ਸੋਚਣਾ ਭੁੱਲ ਜਾਂਦਾ ਆ ਵੀ ਮੈਂ ਪੈਸਾ ਕਿੱਦਾਂ ਦਾ ਕਮਾਉਣਾ। ਮੰਨ ਲਓ ਆਪਾਂ ਐਗਜ਼ਾਮਪਲ ਲੈਂਦੇ ਆ ਵੀ ਆਪਾਂ ਕਹਿੰਦੇ ਆ ਵੀ ਆਪਣਾ ਬੱਚਾ ਵੱਡਾ ਹੋ ਕੇ ਡਾਕਟਰ ਬਣੂਗਾ। ਅਸੀਂ ਉਹਨੂੰ ਕਹਿਤਾ ਵੀ ਕਾਕਾ ਪੜ੍ਹਿਆ ਕਰ, ਵੱਡਾ ਹੋ ਕੇ ਡਾਕਟਰ ਬਣਨਾ। ਡਾਕਟਰ ਬਣ ਕੇ ਕੀ ਕਰਨਾ? ਪੈਸਾ ਕਮਾਉਣਾ। ਜਦ ਉਹਨੂੰ ਇੱਕੋ ਚੀਜ਼ ਦੱਸੀ ਹੈ ਵੀ ਤੂੰ ਵੱਡਾ ਹੋਣਾ ਆ, ਪੈਸਾ ਡਾਕਟਰ ਬਣਨਾ ਆ, ਤੇ ਡਾਕਟਰ ਬਣ ਕੇ ਪੈਸਾ ਕਮਾਉਣਾ ਆ, ਤੇ ਮੈਨੂੰ ਇੱਕ ਚੀਜ਼ ਦੱਸੋ ਵੀ ਉਹ ਦੁਬਾਰਾ ਸਿਰਫ ਪੈਸੇ ਕਮਾਉਣ ਬਾਰੇ ਸੋਚੂਗਾ? ਇਹ ਕਦੀ ਨਹੀਂ ਸੋਚੂਗਾ ਵੀ ਪੈਸਾ ਕਿੱਦਾਂ ਆ ਰਿਹਾ। ਉਹ ਆਪਣੇ ਪੇਸ਼ੈਂਟ ਨਾਲ ਕਿੱਦਾਂ ਟ੍ਰੀਟ ਕਰ ਰਿਹਾ ਆ, ਕਿੱਥੇ ਉਹਨੂੰ ਕਿਸ ਚੀਜ਼ ਦੀ ਲੋੜ ਹੈ, ਉਹ ਨਹੀਂ ਸੋਚੂਗਾ। ਉਹ ਇਹ ਸੋਚੂਗਾ ਵੀ ਮੈਨੂੰ ਪੈਸਾ ਕਿੱਥੋਂ ਆਉਂਦਾ ਆ। ਇਸ ਕਰਕੇ ਫਰੈਂਡਸ, ਇਹ ਚੀਜ਼ ਬਹੁਤ ਜ਼ਰੂਰੀ ਹੈ ਵੀ ਆਪਾਂ ਇਹ ਚੀਜ਼ਾਂ ਉੱਤੇ ਧਿਆਨ ਦੇਈਏ। ਪੈਸਾ ਸਖਤ ਮਿਹਨਤ ਨਾਲ ਮਿਲਦਾ ਹੈ। ਜੇ ਆਪਾਂ ਇਸ ਚੀਜ਼ ਦੀ ਵੀ ਗੱਲ ਕਰੀਏ ਤੇ ਫਰੈਂਡਸ, ਜੇ ਪੈਸਾ ਸਖਤ ਮਿਹਨਤ ਨਾਲ ਮਿਲਦਾ ਤਾਂ ਸ਼ਾਇਦ ਅੱਜ ਦੇ ਸਮੇਂ ਵਿੱਚ ਦਿਹਾੜੀਦਾਰ ਬੰਦੇ, ਰਿਕਸ਼ੇ ਵਾਲੇ ਬੰਦੇ, ਆਟੋ ਚਾਲਕ, ਫੈਕਟਰੀਆਂ ਦੇ ਵਿੱਚ ਮੁਲਾਜ਼ਮ, ਪ੍ਰਾਈਵੇਟ ਜੌਬ ਕਰਨ ਵਾਲੇ ਪਰਸਨਸ ਸਖਤ ਮਿਹਨਤ ਬਾਕੀ ਪਰਸਨਸ ਨਾਲੋਂ ਜ਼ਿਆਦਾ ਕਰਦੇ ਨੇ। ਜੇ ਪੈਸਾ ਸਖਤ ਮਿਹਨਤ ਵਾਲੇ ਕੋਲ ਹੀ ਆਉਂਦਾ ਹੁੰਦਾ ਤਾਂ ਉਹਨਾਂ ਕੋਲ ਅੱਜ ਦੇ ਸਮੇਂ ਵਿੱਚ ਪੈਸਾ ਜ਼ਿਆਦਾ ਹੋਣਾ ਸੀ। ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਉਹਨਾਂ ਕੋਲ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਪੈਸਾ ਹੈ ਜਾਂ ਨਹੀਂ? ਜੇ ਸਖਤ ਮਿਹਨਤ ਨਾਲ ਆਉਂਦਾ ਹੁੰਦਾ, ਮੈਂ ਇਹ ਨਹੀਂ ਕਹਿ ਰਿਹਾ ਵੀ ਸਾਨੂੰ ਮਿਹਨਤ ਨਹੀਂ ਕਰਨੀ ਚਾਹੀਦੀ, ਪਰ ਜਿਹੜਾ ਅਸੀਂ ਭਾਵਨਾ ਬਣਾਈ ਹੈ ਵੀ ਪੈਸਾ ਸਖਤ ਮਿਹਨਤ ਨਾਲ ਆਉਂਦਾ ਆ, ਮੈਂ ਇਸ ਗੱਲ ਨੂੰ ਕਹਿਣਾ ਵੀ ਇਹ ਗੱਲ ਪੈਸਾ ਮਿਹਨਤ ਕਰਨੀ ਚਾਹੀਦੀ ਹੈ,
ਪਰ ਉਹ ਮਿਹਨਤ ਕਿੱਦਾਂ ਹੋਣੀ ਚਾਹੀਦੀ ਹੈ ਤੇ ਕਿੱਦਾਂ ਸਾਡੇ ਕੋਲ ਆਪਾਂ ਉਹਨੂੰ ਕਿੱਦਾਂ ਟ੍ਰੀਟ ਕਰਨਾ ਹੈ, ਕਿੱਦਾਂ ਹੈਂਡਲ ਕਰਨਾ ਹੈ, ਉਹ ਬਹੁਤ ਵੱਡਾ ਮੈਟਰ ਹੈ। ਅਸੀਂ ਕਹਿੰਦੇ ਆ ਵੀ ਮਿਹਨਤ ਦੀ ਕਮਾਈ ਹੱਸਦਾ ਪੈਸਾ ਹੁੰਦੀ ਹੈ। ਜਿਹੜਾ ਮਿਹਨਤ ਦਾ ਪੈਸਾ ਆ ਖੁਸ਼ੀਆਂ ਲਿਆਉਂਦਾ ਆ, ਠੀਕ ਹੈ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਇੱਕ ਚੀਜ਼ ਨੋਟ ਹੈ ਕਰੋ ਵੀ ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਮੈਟਰ ਕਰਦੀਆਂ ਨੇ। ਆਪਾਂ ਬਹੁਤ ਵਾਰੀ ਨੋਟ ਕੀਤਾ ਆ ਵੀ ਕਈ ਵਾਰ ਕਿਸੇ ਵੀ ਅਮੀਰ ਪਰਸਨ ਦੇ ਕੋਲ, ਜਿਹਦੇ ਕੋਲ ਬਹੁਤ ਸਾਰਾ ਪੈਸਾ ਹੈ, ਜ਼ਰੂਰੀ ਨਹੀਂ ਵੀ ਖੁਸ਼ੀਆਂ ਹੋਣ, ਕਈ ਵਾਰ ਕਿਸੇ ਗਰੀਬ ਪਰਸਨ ਦੇ ਘਰ ਦੇ ਵਿੱਚ ਵੀ ਖੁਸ਼ੀਆਂ ਅਮੀਰ ਦੇ ਨਾਲੋਂ ਜ਼ਿਆਦਾ ਹੁੰਦੀਆਂ। ਪਰ ਜੇ ਆਪਾਂ ਇਸੇ ਗੱਲ ਨਾਲ ਨੂੰ ਟੋਟਲੀ 100% ਜੋੜੀਏ ਵੀ ਮਿਹਨਤ ਦੀ ਕਮਾਈ ਹੀ ਹੱਸਦਾ ਪੈਸਾ ਹੁੰਦੀ ਆ ਤੇ ਉਹਦੇ ਵਿੱਚ ਹੋਰ ਚੀਜ਼ਾਂ ਵੀ ਕੁਝ ਜ਼ਰੂਰੀ ਨੇ। ਹੁਣ ਇੱਕ ਬੰਦਾ ਦਿਹਾੜੀਦਾਰ ਹੈ, ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਹੈ, ਸ਼ਾਮ ਨੂੰ ਮਾਲਕ ਉਹਨੂੰ ਪੈਸੇ ਦੇਣ ਲੱਗੇ ਚੰਗੀ ਤਰ੍ਹਾਂ ਨਹੀਂ ਦਿੰਦਾ, ਜਾਂ ਕਹਿੰਦਾ ਆ ਵੀ ਨਹੀਂ ਦੇਣੇ, ਜਾਂ ਕੁਝ ਉਧਰੋਂ ਕੁਝ ਗਲਤ ਮਲਤ ਕਹਿੰਦਾ, ਕੋਈ ਗਲਤ ਮੰਨਤਾ, ਉਹਨੂੰ ਪੈਸਾ ਦਿੱਤਾ ਜਾਂਦਾ ਆ। ਉਹ ਪੈਸਾ ਉਸ ਦਿਹਾੜੀਦਾਰ ਦੇ ਪਰਸਨ ਦੇ ਘਰ ਦੇ ਵਿੱਚ ਆ ਗਿਆ, ਪਰ ਕਿ ਉਹ ਪੈਸਾ ਉਸ ਦਿਹਾੜੀਦਾਰ ਨੂੰ, ਜਿਸ ਮਾਲਕ ਨੇ ਉਹਨੂੰ ਉਹ ਪੈਸਾ ਰੋਂਦੇ ਹੋਏ ਦਿੱਤਾ ਹੋਇਆ ਆ, ਜਾਂ ਇਹ ਸੋਚ ਕੇ ਦਿੱਤਾ ਆ ਵੀ ਇਹਨੇ ਯਾਰ ਕੀਤਾ ਕੱਖ ਨਹੀਂ, ਇਹ ਆ ਉਹ ਆ, ਜੋ ਵੀ ਆ ਆਪਣੇ ਮਨ 'ਚ ਭਾਵਨਾ ਬਣਾ ਕੇ ਬੈਠਾ ਆ, ਉਹ ਪੈਸਾ ਉਸ ਦਿਹਾੜੀਦਾਰ ਦੇ ਬੰਦੇ ਦੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਜਾਊਗਾ। ਹੁਣ ਇਹ ਹੈ ਮੇਰੀ ਸੋਚਣੀ ਹੈ ਵੀ ਜਿਸ ਤਰੀਕੇ ਨਾਲ ਉਸ ਪਰਸਨ ਕੋਲ ਪੈਸਾ ਆਇਆ ਦਿਹਾੜੀਦਾਰ ਬੰਦੇ ਕੋਲ, ਉਸ ਬੰਦੇ ਦੇ ਕੋਲ ਜਿਹੜਾ ਪੈਸਾ ਤਾਂ ਆ ਗਿਆ, ਪਰ ਉਹ ਪੈਸਾ ਜਿੰਨੇ ਉਸਦੇ ਘਰ ਦੇ ਵਿੱਚ ਖੁਸ਼ੀ ਲਿਆ ਸਕਦਾ ਸੀ ਉਨੀ ਨਹੀਂ ਲਿਆ ਪਾਊਗਾ, ਕਿਉਂਕਿ ਜਿਸ ਸੋਚ ਦੇ ਨਾਲ ਉਹ ਪੈਸਾ ਆਇਆ ਉਹ ਮੈਟਰ ਕਰਦਾ। ਇਹ ਨਹੀਂ ਵੀ ਉਸ ਮਾਲਕ ਨੇ ਉਸ ਦਿਹਾੜੀਦਾਰ ਦੇ ਪੈਸੇ ਦੀ ਕਮਾਈ ਨੂੰ ਰੋਂਦੇ ਪੈਸੇ ਰੋ ਕੇ ਦਿੱਤਾ ਤੇ ਰੋਂਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਜਿਹੜਾ ਮਾਲਕ ਹੈ, ਜਿਹੜਾ ਬੰਦਾ ਉਹਨੂੰ ਪੈਸੇ ਦੇ ਰਿਹਾ ਆ, ਉਸਦੀ ਕਮਾਈ ਵੀ ਰੋਂਦੇ ਪੈਸੇ ਵਿੱਚ ਟ੍ਰਾਂਸਫਰ ਹੋਈ। ਇਸ ਕਰਕੇ ਇਸ ਦੇ ਵਿੱਚ ਬਹੁਤ ਚੀਜ਼ਾਂ ਸੋਚਣ ਵਾਲੀਆਂ ਨੇ। ਆਪਾਂ ਨੂੰ ਪਤਾ ਹੋਣਾ ਚਾਹੀਦਾ ਆ ਵੀ ਬਹੁਤ ਸਾਰੇ ਪਰਸਨ ਘੱਟ ਪੈਸੇ ਨਾਲ ਵੀ ਖੁਸ਼ ਹੁੰਦੇ ਨੇ। ਆਪਾਂ ਨੂੰ ਪਤਾ ਹੋਣਾ ਚਾਹੀਦਾ ਆ ਪੈਸੇ ਨਾਲ ਸਾਡਾ ਬਿਹੇਵ ਕਿੱਦਾਂ ਹੋਣਾ ਚਾਹੀਦਾ ਆ, ਕਿੱਦਾਂ ਡੀਲ ਕਰਨਾ ਹੈ, नो ਪੈਟਰਨ ਟੂ ਡੀਲ ਵਿਦ ਮਨੀ, ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਆ। ਆਨਸਰ ਆਫ ਯੂਰ ਮਨੀ ਪ੍ਰੋਬਲਮਸ, ਜੇ ਪੈਸੇ ਦੀਆਂ ਆਪਣੇ ਘਰ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ ਤੇ ਉਹਦੇ ਸਾਨੂੰ ਆਨਸਰ ਲੱਭਣੇ ਚਾਹੀਦੇ ਨੇ, ਤੇ ਸਾਨੂੰ ਆਪਣੇ ਆਤਮਾ, ਆਪਣੇ ਸੋਲ ਨੂੰ ਅਬਜ਼ਰਵ ਕਰਕੇ ਪੈਸੇ ਨਾਲ ਕਿੱਦਾਂ ਡੀਲ ਕਰਨਾ ਆ ਸਾਨੂੰ ਪਤਾ ਹੋਣਾ ਚਾਹੀਦਾ ਹੈ। ਫਰੈਂਡਸ, ਪੈਸਾ ਦੋ ਤਰ੍ਹਾਂ ਦਾ ਹੁੰਦਾ ਹੈ, ਹੱਸਦਾ ਪੈਸਾ, smiling money when you feel delighted and glad when you receive money, as well as when your money is going out of your pocket। ਇੱਕ ਮੋਟੀ ਜੀ ਡੈਫੀਨੇਸ਼ਨ ਤੁਹਾਨੂੰ ਦੱਸਦਾ ਆ ਵੀ ਸਮਾਈਲਿੰਗ ਮਨੀ ਦੀ ਡੈਫੀਨੇਸ਼ਨ ਹੈ ਵੀ ਜੇ ਤੁਸੀਂ ਆਪਣੇ ਆਪ ਵਿੱਚ ਖੁਸ਼ੀ એનર્ਜੈਟਿਕ ਫੀਲ ਕਰਦੇ ਹੋ ਜਦੋਂ ਤੁਹਾਡੇ ਕੋਲ ਪੈਸਾ ਆਉਂਦਾ ਆ ਅਤੇ ਪੈਸਾ ਤੁਹਾਡੇ ਤੋਂ ਬਾਹਰ ਜਾਂਦਾ ਆ, ਤੇ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਪੈਸਾ ਹੱਸਦੇ ਪੈਸੇ ਦਾ ਹਿੱਸਾ ਹੈ। ਜੇ ਆਪਾਂ ਕ੍ਰਾਈਮ ਦੀ ਮਨੀ ਦੀ ਗੱਲ ਕਰਦੇ ਆ, they are always satisfied and unfulfilled wherever they receive। ਇਹਦੇ ਵਿੱਚ ਆਮ ਤੌਰ ਤੇ ਬੰਦੇ ਜਦੋਂ ਤੁਹਾਡੇ ਕੋਲ ਪੈਸਾ ਆਉਂਦਾ ਆ ਤੇ ਖੁਸ਼ੀ ਮਹਿਸੂਸ ਕਰਦੇ ਆ, ਤੇ ਜਦੋਂ ਤੁਹਾਡੇ ਤੋਂ ਪੈਸਾ ਜਾਂਦਾ ਆ ਤੇ ਤੁਸੀਂ ਉਹ ਬੰਦੇ ਆਪਣੇ ਆਪ ਦੇ ਵਿੱਚ ਗਿਲਟ ਮਹਿਸੂਸ ਕਰਦੇ ਆ, ਕਿਸੇ ਨੂੰ ਪੈਸਾ ਦੇਣਾ ਨਹੀਂ ਚਾਹੁੰਦੇ, ਤੇ ਉਹ ਵੀ ਇੱਕ ਆਪਣੇ ਕੋਲ ਕ੍ਰਾਈਮ ਮਨੀ ਦੀ ਇੱਕ ਐਗਜ਼ਾਮਪਲ ਹੁੰਦੀ ਹੈ। ਦੇ ਯੂਜ਼ਲੀ ਕ੍ਰਾਈਮ ਵਾਲੀ ਲੈਟਰਿੰਗ ਮਨੀ ਟੂ ਐਨੀਵਨ, ਉਹ ਜਦੋਂ ਵੀ ਕਿਸੇ ਬੰਦੇ ਨੂੰ ਪੈਸੇ ਦਿੰਦੇ ਨੇ ਤਾਂ ਉਹਦੇ ਵਿੱਚ ਹਰ ਵੇਲੇ ਉਹਨਾਂ ਦੀਆਂ ਭਾਵਨਾਵਾਂ ਕੁਛ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਸ ਉਹ ਉਸੇ ਪਰਸਨ ਦੀ ਭਾਵਨਾ ਹੁੰਦੀ ਹੈ ਜਿਹਦੇ ਕੋਲ ਕ੍ਰਾਈਮ, ਜਿਹੜਾ ਪਰਸਨ ਕ੍ਰਾਈਮ ਮਨੀ ਪੀਪਲ ਹੈ। ਤੁਸੀਂ ਇਹ ਚੀਜ਼ ਨੂੰ ਸੋਚੋ ਵੀ ਤੁਸੀਂ ਕਿਹਦੇ ਵਿੱਚ ਆਉਂਦੇ, ਤੁਸੀਂ ਸਮਾਈਲਿੰਗ ਮਨੀ ਪਾਰਟ ਦੇ ਪਰਸਨ ਹੋ ਜਾਂ ਤੁਸੀਂ ਕ੍ਰਾਈਮ ਮਨੀ ਪਾਰਟ ਦੇ ਪਰਸਨ ਹੋ। ਯੂਅਰ ਨਿਊ ਲਾਈਫ ਵਿਦ ਮਨੀ, ਤੁਹਾਡੀ ਜਿਹੜੀ ਲਾਈਫ ਹੈਗੀ ਆ, ਆਪਾਂ ਇਹਦੇ ਵਿੱਚ ਕੁਝ ਚੀਜ਼ਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ, ਜਿਹੜੀਆਂ ਚੀਜ਼ਾਂ ਨੂੰ ਮੈਂ ਬਹੁਤ ਸਾਰਾ ਜੋ ਲੋਕਾਂ ਨੂੰ ਦੱਸ ਰਿਹਾ ਆ ਅਤੇ ਸੋਚਦਾ ਆ ਵੀ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਇਹ ਜਿਹੜਾ ਤੁਹਾਡੀ ਮਨੀ ਦੀ ਟ੍ਰਾਂਸਫੋਰਮੇਸ਼ਨ ਹੈ, ਇਹ ਤੁਹਾਡੇ ਰਿਸ਼ਤੇ ਡਿਵੈਲਪ ਕਰਨ ਵਿੱਚ ਤੁਹਾਡੀ ਸਹਾਇਤਾ ਕਰੂਗੀ। In this process, I have discovered the very fact that the money is a hard
टफ एंड पोटेंशियली ए डेंजरस थिंग। ਇਹਦੇ ਵਿੱਚ ਮੈਂ ਸੋਚਿਆ ਇਹ ਹੈ, ਡਿਸਕਵਰ ਕੀਤਾ ਹੈ ਕਿ ਪੈਸਾ ਹਾਰਡ ਹੈ, ਟਫ ਹੈ ਤੇ ਬੜਾ ਡੇਂਜਰਸ ਥਿੰਗ ਹੈਗੀ ਆ। ਇਹਨੂੰ ਡੀਲ ਕਰਨਾ ਸਾਨੂੰ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ। ਪਰ ਜਦੋਂ ਹੀ ਬੰਦੇ ਨੂੰ ਇਹਦੇ ਚੀਜ਼ ਬਾਰੇ ਨੌਲੇਜ ਹੋ ਜਾਂਦੀ ਹੈ ਤੇ ਪ੍ਰੋਪਰ ਇਸ ਚੀਜ਼ ਦੇ ਨਾਲ ਪ੍ਰੋਪਰ ਤਰੀਕੇ ਨਾਲ ਡੀਲਿੰਗ ਸ਼ੁਰੂ ਕਰ ਦਿੰਦਾ ਆ ਤੇ ਉਸ ਪਰਸਨ ਦਾ ਪੈਸਾ ਜਿਹੜਾ ਆ ਉਹ ਐਨਰਜੈਟਿਕ ਹੋ ਜਾਂਦਾ ਆ, ਉਹਦਾ ਬੈਸਟ ਫਰੈਂਡ ਬਣ ਜਾਂਦਾ ਆ ਤੇ ਉਹਦੇ ਘਰ ਦੇ ਵਿੱਚ ਖੁਸ਼ੀਆਂ ਕ੍ਰੀਏਟ ਕਰਨ ਵਾਲਾ ਹੁੰਦਾ ਹੈ। ਇਸ ਕਰਕੇ ਫਰੈਂਡਸ, ਇਸ ਕਰਕੇ ਪੈਸੇ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ। ਮਨੀ ਵਿਜ਼ ਸੱਚ ਏ ਗ੍ਰੇਟ ਥਿੰਗ ਦੈਟ ਆਰ ਸਪੋਰਟ ਮੀ। ਤੇ ਤੁਹਾਡੇ ਕੋਲ ਹੌਲੀ ਹੌਲੀ ਪੈਸਾ ਇਸ ਤਰ੍ਹਾਂ ਦਾ ਬਣ ਜਾਂਦਾ ਆ ਜਿਹੜਾ ਤੁਹਾਨੂੰ ਹਰ ਲਾਈਫ ਦੇ ਪੁਆਇੰਟ ਦੇ ਵਿੱਚ ਤੁਹਾਡੀ ਹੈਲਪ ਕਰਨ ਲਈ ਤਿਆਰ ਰਹਿੰਦਾ ਆ, ਤੁਹਾਡਾ ਇੱਕ ਚੰਗਾ ਦੋਸਤ ਬਣ ਕੇ ਚੱਲਦਾ ਆ। ਤੁਹਾਨੂੰ ਚੰਗੇ ਦੋਸਤ ਬਣਾਉਣ ਵਾਸਤੇ ਪੈਸੇ ਨੂੰ ਤੁਹਾਨੂੰ ਉਹਦੇ ਨਾਲ ਡੀਲਿੰਗ ਬਦਲਣੀ ਪਊਗੀ। ਤੁਹਾਨੂੰ ਆਪਣੇ ਮਨੀ ਦੇ EQ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਦੇਣਾ ਪਊਗਾ, ਕਿਉਂਕਿ EQ ਹੀ ਲਾਈਫ ਦੇ ਵਿੱਚ ਸਾਡਾ 60% ਪਾਰਟ ਹੈਗਾ ਆ। ਜੇ ਆਪਾਂ IQ SQ ਦੀ ਗੱਲ ਕਰੀਏ ਤਾਂ ਉਹ ਜਿਹੜਾ ਹੈਗਾ ਪਾਰਟ ਆਪਣੇ ਕੋਲ ਘੱਟ ਆ, EQ ਦਾ ਪਾਰਟ ਜ਼ਿਆਦਾ ਆ। EQ ਨੂੰ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈ ਤਾਂ ਕਿ ਸਾਡੀ ਲਾਈਫ ਦੇ ਵਿੱਚ ਮਨੀ ਦਾ ਜਿਹੜਾ ਸਿਸਟਮ ਹੈ ਉਹ ਚੇਂਜ ਹੋਵੇ। ਆਪਾਂ ਜੇ ਆਪਾਂ ਗੱਲ ਕਰਾਂਗੇ ਵੀ ਆਪਾਂ ਇਹਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਕਿ ਜਿਹਦੇ ਵਿੱਚ ਰਿਜ਼ਲਟ ਆਪਣੇ ਕੋਲ ਆਊਗਾ ਵੀ ਉਹਨਾਂ ਅਸੀਂ ਆਪਣਾ ਰਿਲੇਸ਼ਨਸ਼ਿਪ ਵਿਦ ਯੂਅਰ ਮਨੀ ਡਿਟਰਮਾਈਨ ਦੀ ਕੁਆਲਿਟੀ ਆਫ ਲਾਈਫ। ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਹੈ ਪੈਸਾ ਹੈ ਦੀ ਉਹਦੀ ਜਿਹੜੀ ਕੁਆਲਿਟੀ ਹੈ ਉਹਨੂੰ ਮੈਂਸ਼ਨ ਕਰੂਗਾ। ਉਹਨੂੰ ਆਪਾਂ ਕਿੱਦਾਂ ਇੰਪਰੂਵ ਕਰਾਂਗੇ ਉਹਦੇ ਬਾਰੇ ਦੱਸਾਂਗੇ। ਇੰਪਰੂਵ ਯੂਅਰ ਰਿਲੇਸ਼ਨਸ਼ਿਪ ਵਿਦ ਯੂਅਰ ਮਨੀ ਬਾਈ ਸੀਕਿੰਗ ਮਨੀ ਐਜ਼ ਅ ਬੈਸਟ ਫਰੈਂਡ। ਤੇ ਪੈਸੇ ਨੂੰ ਤੁਸੀਂ ਆਪਣਾ ਚੰਗਾ ਦੋਸਤ ਕਿੱਦਾਂ ਬਣਾ ਸਕਦੇ ਹੋ। ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਜੇ ਨੋਟ ਕਰੀਏ ਵੀ ਜੇ ਇਨ ਕੇਸ ਸਾਡਾ ਪੈਸਾ ਹੱਸਦਾ ਪੈਸਾ ਹੈ ਤੇ ਸਾਡੇ ਘਰ ਦੇ ਵਿੱਚ ਜੋਏ, ਐਮਪਥੀ, ਹੈਲਥ, ਹੈਪੀ, ਫੁਲਫਿਲਨੈਸ, ਪੀਸ, ਐਂਥੂਜ਼ੀਅਜ਼ਮ ਇਹ ਜ਼ਰੂਰ ਹੋਣਗੇ। ਅਸੀਂ ਦੂਜੇ ਦੀਆਂ ਪਰਿਵਾਰ ਦੇ ਬੰਦਿਆਂ ਦੀਆਂ ਭਾਵਨਾਵਾਂ ਨੂੰ, ਬਾਹਰਲੇ ਬੰਦਿਆਂ ਦੀਆਂ ਭਾਵਨਾਵਾਂ ਨੂੰ ਸਮਝਾਂਗੇ। ਜੇ ਤੁਹਾਡੇ ਘਰ ਦੇ ਵਿੱਚ ਆਨੰਦ, ਸਿਹਤ, ਖੁਸ਼ੀ, ਹਮਦਰਦੀ, ਜੋ ਸ਼ਾਂਤੀ ਅਤੇ ਪੂਰਤੀ ਹੈ ਤਾਂ ਤੁਹਾਡਾ ਪੈਸਾ ਮੁਸਕਰਾਉਣ ਦੇ ਪੈਸੇ ਦਾ ਹਿੱਸਾ ਹੈ। ਕ੍ਰਾਈਮ ਮਨੀ, ਜੇ ਤੁਹਾਡੇ ਘਰ ਦੇ ਵਿੱਚ ਸ਼ੇਮ, ਐਂਗਰ, ਗਿਲਟ, ਫੇਅਰ, ਬਲੇਮ, ਰਿਗਰੈਟ ਜਾਂ ਫਰਸਟ੍ਰੇਸ਼ਨ ਹੈ, ਇਟ ਮੀਨਸ ਤੁਹਾਡਾ ਪੈਸਾ ਰੋਂਦੇ ਪੈਸੇ ਦਾ ਹਿੱਸਾ ਹੈ। ਤੁਹਾਨੂੰ ਇਸ ਰੋਂਦੇ ਪੈਸੇ ਨੂੰ ਹੱਸਦੇ ਪੈਸੇ 'ਚ ਕਿੱਦਾਂ ਕਨਵਰਟ ਕੀਤਾ ਜਾ ਸਕਦਾ ਹੈ, ਇਹ ਸਭ ਤੋਂ ਵੱਡਾ ਮੈਟਰ ਹੈ। ਹੁਣ ਸਾਡੇ ਕੋਲ ਕੋਈ ਪੈਸਾ ਆਇਆ, ਜੇ ਉਹ ਮੰਨ ਲਓ ਕ੍ਰਾਈਮ ਮਨੀ ਹੈ, ਸਾਨੂੰ ਨਹੀਂ ਪਤਾ ਸੀ ਉਸ ਕ੍ਰਾਈਮ ਮਨੀ ਨੂੰ ਅਸੀਂ ਸਮਾਈਲਿੰਗ ਮਨੀ 'ਚ ਕਿੱਦਾਂ ਕਨਵਰਟ ਕਰ ਸਕਦੇ ਆ, ਉਹ ਫਰੈਂਡਸ ਬਹੁਤ ਵੱਡਾ ਮੈਟਰ ਹੈ। ਜੇ ਆਪਾਂ ਇਹ ਕਰਾਂਗੇ ਤੇ ਆਪਣੇ ਘਰ ਦੇ ਵਿੱਚ ਆਪਣੇ ਆਪ ਹੀ ਖੁਸ਼ੀਆਂ ਚੱਲ ਕੇ ਆਉਣਗੀਆਂ। ਇਸੇ ਚੀਜ਼ ਵਾਸਤੇ ਮੈਂ ਇੱਕ ਵੈਬੀਨਾਰ ਜਿਹੜਾ ਕਿ ਲਾਂਚ ਕਰ ਰਿਹਾ ਆ ਆਪਣੇ ਮੰਡੇ ਤੋਂ, ਨੈਕਸਟ ਮੰਡੇ ਤੋਂ, ਦੀਵਾਲੀ ਤੋਂ ਬਾਅਦ। ਕਿਉਂਕਿ ਦੀਵਾਲੀ ਤੱਕ ਤੁਹਾਨੂੰ ਮੈਂ ਇੱਕ ਸਵਾਲ ਦਿੱਤਾ ਵੀ ਤੁਸੀਂ ਦੀਵਾਲੀ ਵਾਲੇ ਦਿਨ ਤੇ ਉਸ ਤੋਂ ਪਹਿਲਾਂ ਇੱਕ ਇੱਕ ਚੀਜ਼ ਆਪਣੇ ਮਨ 'ਚ ਸੋਚਣੀ ਹੈ ਵੀ ਕਿ ਤੁਹਾਡਾ ਪੈਸਾ ਹੱਸ ਰਿਹਾ ਹੈ। ਉਸ ਤੋਂ ਬਾਅਦ ਚੋਂ ਮੰਡੇ ਤੋਂ ਲੈ ਕੇ ਮੈਂ ਇੱਕ ਫ੍ਰੀ ਵੈਬੀਨਾਰ ਕਰ ਰਿਹਾ ਆ ਜਿਹੜਾ ਕਿ 4 ਦਿਨ ਲਈ ਚੱਲੂਗਾ। ਸੋਮ, ਮੰਗਲ, ਬੁੱਧ, ਵੀਰ, ਮੰਡੇ, ਟਿਊਜ਼ਡੇ, ਵੈਡਨਸਡੇ ਐਂਡ ਥਰਸਡੇ, ਸ਼ਾਮ ਨੂੰ 7 ਤੋਂ ਲੈ ਕੇ 8:30 ਵਜੇ ਤੱਕ, ਜਿਹਦੇ ਵਿੱਚ ਮੈਂ ਜਦੋਂ ਆਫਲਾਈਨ ਇਹਨਾਂ ਚੀਜ਼ਾਂ ਦੀ ਟ੍ਰੇਨਿੰਗ ਦਿੰਦਾ ਆ ਤੇ ਮੈਂ ਇਹਦੀ ਫੀਸ 5100 ਰੁਪਇਆ ਰੱਖਦਾ। 5100 ਇਹਦੀ ਮੈਂ ਫੀਸ ਲੈਣਾ ਆ। ਪਰ ਮੈਂ ਸਿਰਫ ਇਹ ਸੋਚਿਆ ਕਿ ਇਸ ਸਾਲ ਦੀਵਾਲੀ ਉੱਤੇ ਇਹ ਚੀਜ਼ਾਂ ਬਾਰੇ ਹਰ ਪਰਸਨ ਨੂੰ ਦੱਸਿਆ ਜਾਵੇ ਤੇ ਮੈਂ ਇਸ ਚੀਜ਼ ਦੀ ਇਹ ਫੀਸ ਬਿਲਕੁਲ ਹੀ ਨਿਗਲੈਕਟ ਕਰਕੇ ਟੋਟਲੀ ਫ੍ਰੀ ਰੱਖਿਆ ਆ ਵੀ ਤਾਂ ਕਿ 4 ਦਿਨ ਮੈਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਜਿੰਨੀ ਕੁ ਮੈਨੂੰ ਨੌਲੇਜ ਹੈ ਉਹ ਤੁਹਾਡੇ ਨਾਲ ਕੁਝ ਡਿਸਕਸ ਕਰ ਸਕਾਂ। ਹੋ ਸਕਦਾ ਆ ਵੀ ਤੁਸੀਂ ਮੇਰੀਆਂ ਉਸ ਗੱਲਾਂ ਨਾਲ ਸਹਿਮਤ ਹੋਵੋ, ਪਰ ਤੁਹਾਨੂੰ ਇੱਕ ਚੀਜ਼ ਦੱਸਦਾ ਆ ਵੀ ਜਦੋਂ ਵੀ ਮੈਂ ਇਹਨਾਂ ਚੀਜ਼ਾਂ ਬਾਰੇ ਕਿਸੇ ਵੀ ਪਰਸਨ ਨਾਲ ਡਿਸਕਸ ਕੀਤਾ ਆ ਤੇ ਉਹ ਪਰਸਨ ਇਹ ਕਹਿੰਦੇ ਨੇ ਵੀ ਸਾਡੀ ਲਾਈਫ ਦੇ ਵਿੱਚ ਅਸੀਂ ਕਦੀ ਵੀ ਪੈਸੇ ਨੂੰ ਇਸ ਤਰੀਕੇ ਬਾਰੇ ਨਾਲ ਨਹੀਂ ਦੇਖਿਆ ਤੇ ਉਹਨਾਂ ਦੀ ਲਾਈਫ ਦੇ ਵਿੱਚ ਇਸ ਤਰੀਕੇ ਨਾਲ ਦੇਖਣ ਦੇ ਨਾਲ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਆ। ਤੇ ਮੈਂ ਇਹ 4 ਦਿਨਾਂ ਦਾ ਫ੍ਰੀ ਵੈਬੀਨਾਰ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਆ ਜਿਹੜਾ ਦੀਵਾਲੀ ਤੋਂ ਬਾਅਦ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ 8, 9, 10 ਤੇ 11 ਤਰੀਕ ਨੂੰ ਸ਼ਾਮੀ 7 ਤੋਂ ਲੈ ਕੇ 8:30 ਵਜੇ ਤੱਕ ਚੱਲੂਗਾ। ਤੇ ਉਸ ਵੈਬੀਨਾਰ ਦੇ ਤੁਸੀਂ ਆ ਸਕਰੀਨਸ਼ਾਟ ਵੀ ਲੈ ਸਕਦੇ ਹੋ, ਠੀਕ ਹੈ ਜੀ। ਉਹਦਾ ਯੂਜ਼ਰ ਆਈਡੀ ਵੀ ਹੈ, ਪਾਸਵਰਡ ਵੀ ਹੈ, ਠੀਕ ਹੈ ਜੀ। ਤੇ ਆਪਣੇ ਫਰੈਂਡਸ ਨੂੰ ਸ਼ੇਅਰ ਕਰ ਸਕਦੇ ਹੋ। ਉਹ ਤੁਹਾਡੀ
ਵਾਸਤੇ ਤੁਹਾਨੂੰ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਵੀ ਸਮਾਈਲਿੰਗ ਮਨੀ ਦਾ ਫਾਰਮੂਲਾ EQ IQ ਤੇ SQ ਦੇ ਵਿੱਚ ਆਪਾਂ ਇਹਨਾਂ ਨੂੰ ਕਿੱਦਾਂ ਪ੍ਰੋਪਰ ਮੈਨੇਜ ਕਰਕੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਲਿਆ ਸਕਦੇ ਹਾਂ। ਓਕੇ ਫਰੈਂਡਸ, ਥੈਂਕ ਯੂ। ਉਮੀਦ ਹੈ ਵੀ ਆਪਾਂ ਸਾਰੇ ਮਿਲਾਂਗੇ ਅਤੇ ਤੁਹਾਡੇ ਲਾਈਫ ਦੇ ਵਿੱਚ ਮੈਂ ਕੁਛ ਨਾ ਕੁਛ ਐਡ ਆਨ ਕਰ ਪਾਊਂਗਾ। ਦੁਬਾਰਾ ਤੁਹਾਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ। ਓਕੇ, ਹੁਣ ਤਾਂ ਮੈंने एक भेज हो गया कि नहीं है?